ਇੱਕ ਹੋਰ ਮਸਲਾ ਹੱਲ ਕਰਨ ਦੀ ਤਿਆਰੀ 'ਚ ਚੰਨੀ ਸਰਕਾਰ। ਅੱਜ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਹੋ ਸਕਦਾ ਫੈਸਲਾ। ਕੈਬਨਿਟ ਬੈਠਕ ਤੋਂ ਬਾਅਦ ਕਰੀਬ 4:30 ਵਜੇ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ। ਨਵਜੋਤ ਸਿੱਧੂ ਨੇ ਕਰਤਾਰਪੁਰ ਸਾਹਿਬ ਦੇ ਕੀਤੇ ਦਰਸ਼ਨ, ਮੁੜ ਲਾਂਘਾ ਖੁੱਲ੍ਹਣ ਦੀ ਕੀਤੀ ਅਰਦਾਸ। ਕੇਂਦਰ ਨੂੰ ਕੀਤੀ ਅਪੀਲ, ਦਰਸ਼ਨਾਂ ਲਈ ਘੱਟੋ-ਘੱਟ 5 ਦੂਰਬੀਨਾਂ ਲਗਵਾਏ ਸਰਕਾਰ। ਪੰਜਾਬ ਦੇ ਚੋਣ ਪਿੜ 'ਚ ਗੁਰਨਾਮ ਚੜੂਨੀ ਦੀ ਐਂਟਰੀ, ਆਪਣੇ ਪਹਿਲੇ ਉਮੀਦਵਾਰ ਦਾ ਕੀਤਾ ਐਲਾਨ। ਫਤਿਹਗੜ੍ਹ ਸਾਹਿਬ ਤੋਂ ਸਾਬਕਾ ਕਾਂਗਰਸੀ ਸਰਬਜੀਤ ਮੱਖਣ ਤੇ ਖੇਡਿਆ ਦਾ। ਐਕਸ਼ਨ 'ਚ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ, ਮੋਹਾਲੀ 'ਚ ਵਣ ਵਿਭਾਗ ਦੇ ਦਫ਼ਤਰ ਤੇ ਮਾਰਿਆ ਛਾਪਾ। ਕਈ ਅਫਸਰ ਮਿਲੇ ਗੈਰ ਹਾਜ਼ਰ, ਬੋਲੇ ਕੁਤਾਹੀ ਨਹੀਂ ਕਰਾਂਗੇ ਬਰਦਾਸ਼ਤ। सत श्री अकाल। न्यूज़ 18 पंजाब हरियाणा हिमाचल देख रहे दर्शकों का स्वागत। मैं हाँ हरदीप संधू ते शुरुआत करते हैं डिप्टी सीएम सुखजिंदर रंधावा दे जवाई दी बतौर एडिशनल एडवोकेट जनरल दी नियुक्ति ते। इस ते सियासी घमसान छिड़ गया है, भावें कि रंधावा इस ते स्पष्टीकरण दे चुके ने, पर फिर भी इस नूं आधार बना के अकाली दल ते आम आदमी पार्टी चन्नी सरकार नूं सवाल कर रहे ने, तंज कस रहे ने कि की यही घर घर रोजगार है। पंजाब विच कांग्रेस दे सीएम दी कुर्सी बदल गई। कैप्टन तो बाद चन्नी सीएम दी कुर्सी ते बैठ गए, पर एक इल्जाम कांग्रेस सरकार ते हुण भी लग रहा है ਅਤੇ ਉਹ ਰਿਸ਼ਤੇਦਾਰਾਂ ਨੂੰ ਸਰਕਾਰ ਦੇ ਵਿੱਚ ਵੱਡੇ ਅਹੁਦੇ ਦੇਣ ਦਾ। ਤਾਜ਼ਾ ਇਲਜ਼ਾਮ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਆਪਣੇ ਜਵਾਈ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਦੀ ਕੁਰਸੀ ਤੇ ਬਿਠਾਉਣ ਦਾ ਲੱਗਿਆ, ਜਿਸ ਤੇ ਰੰਧਾਵਾ ਦੀ ਸਫਾਈ ਵੀ ਸਾਹਮਣੇ ਆਈ ਹੈ। ਨਿਊਜ਼ 18 ਤੇ ਗੱਲਬਾਤ ਦੇ ਦੌਰਾਨ ਰੰਧਾਵਾ ਨੇ ਕਿਹਾ, ਐਡਵੋਕੇਟ ਜਨਰਲ ਦੀ ਸਿਫਾਰਿਸ਼ ਤੇ ਨਿਯੁਕਤੀ ਹੋਈ ਹੈ ਅਤੇ ਤਰੁਣਵੀਰ ਦੇ ਕੋਲ ਅਹੁਦੇ ਲਈ ਲੋੜੀਂਦਾ ਤਜਰਬਾ ਹੈ। ਜਵਾਈ ਦੀ ਬਤੌਰ ਏਏਜੀ ਨਿਯੁਕਤੀ ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ ਐਡੀਸ਼ਨਲ ਏਜੀ ਦਾ ਅਹੁਦਾ ਕੋਈ ਪਰਮਾਨੈਂਟ ਜੌਬ ਨਹੀਂ ਹੈ। ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਵੀ ਰੰਧਾਵਾ ਦੀ ਸੁਰ ਦੇ ਨਾਲ ਸੁਰ ਮਿਲਾਉਂਦੇ ਨਜ਼ਰ ਆ ਰਹੇ ਨੇ। ਮੇਨਲੀ ਗੱਲ ਇਹ ਹੈ ਕਿ ਯਾਰ ਦੇਖੋ, ਪਰਿਵਾਰ ਜਿਹੜੇ ਹੈ ਉਹ ਵੀ ਸਮਾਜ ਦਾ ਹਿੱਸਾ ਹੈ। ਅਗਰ ਉਹ ਕਿਸੇ ਨੇ ਵਕਾਲਤ ਕੀਤੀ ਹੈ, ਕੋਈ ਨਿੱਜੀ ਬਲ ਤਾਂ ਹੀ ਕੋਈ ਲੱਗਦਾ ਹੈ ਨਾ। ਉਧਰ ਵਿਰੋਧੀਆਂ ਨੂੰ ਸਰਕਾਰ ਨੂੰ ਘੇਰਨ ਦਾ ਮੌਕਾ ਮਿਲ ਗਿਆ ਹੈ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਕਾਂਗਰਸ ਦੇ ਘਰ ਘਰ ਨੌਕਰੀ ਦੇ ਵਾਅਦੇ ਤੇ ਤੰਜ ਕੱਸਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਘੇਰ ਰਹੀ ਹੈ। उन्होंने कैबिनेट मिनिस्टर ਨੂੰ ਕਹੇ ਦੱਸੋ ਤੁਹਾਡੇ ਘਰ ਦੀ ਕਿਹਨੂੰ ਨੌਕਰੀ ਦੀ ਲੋੜ ਹੈ। ਕਾਂਗਰਸ ਨੇ ਆਪਣੇ ਮੰਤਰੀਆਂ ਦੇ ਘਰ ਦੀ ਨੌਕਰੀ ਦੇਣੀ ਹੈ ਤੇ ਐਮਐਲਏ ਦੇ ਘਰ ਦੀ ਨੌਕਰੀ ਦੇ ਰਿਹਾ ਹੈ। ਇਹ ਤਾਂ ਵੱਡਾ ਧੋਖਾ ਕੀ ਹੋ ਸਕਦਾ है। चन्नी साहब ने अपनी सरकार के मंत्रियों को और एमएलए को नौकरियां देनी शुरू कर दी, उनके बच्चों को, उनके रिश्तेदारों को नौकरी देनी शुरू कर दी। मैं एक चीज साफ कर दूं, चन्नी में और कैप्टन साहब में कोई फर्क नहीं है। ਇਸ ਤੋਂ ਪਹਿਲਾਂ ਤਤਕਾਲੀ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜਵਾਈ ਨੂੰ ਤਰਸ ਦੇ ਆਧਾਰ ਤੇ ਆਬਕਾਰੀ ਵਿਭਾਗ ਦੇ ਵਿੱਚ ਨੌਕਰੀ ਦਿੱਤੀ ਸੀ, ਜਿਸ ਤੇ ਵਿਰੋਧੀਆਂ ਨੇ ਸਵਾਲ ਚੁੱਕੇ ਸਨ। ਜਦਕਿ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦੇ ਪੁੱਤਰ ਨੂੰ ਪੁਲਿਸ ਵਿੱਚ ਨੌਕਰੀ ਦੇਣ ਤੇ ਵਿਵਾਦ ਖੜਾ ਹੋਣ ਤੋਂ ਬਾਅਦ ਬਾਜਵਾ ਦੇ ਪੁੱਤਰ ਨੇ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਚੰਡੀਗੜ੍ਹ ਤੋਂ ਪੰਕਜ ਕਪਾਹੀ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18। ਤਾਂ ਇਸ ਨਿਯੁਕਤੀ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਤੇ ਹਰਸਿਮਰਤ ਬਾਦਲ ਨੇ ਰੰਧਾਵਾ ਤੇ ਨਿਸ਼ਾਨਾ ਸਾਧਿਆ, ਟਵੀਟ ਕੀਤਾ, ਲਿਖਿਆ ਕਿ ਸੁਖਜਿੰਦਰ ਰੰਧਾਵਾ ਦੱਸਣ ਕਿ ਉਹਨਾਂ ਦਾ ਜਵਾਈ ਐਡੀਸ਼ਨਲ ਏਜੀ ਕਿਵੇਂ ਲੱਗਿਆ। ਕੀ ਘਰ ਘਰ ਰੋਜ਼ਗਾਰ ਦਾ ਇਹੀ ਮਤਲਬ ਹੈ। ਹਰਸਿਮਰਤ ਕੌਰ ਬਾਦਲ ਨੇ ਇਹ ਸਵਾਲ ਚੁੱਕੇ ਨੇ। ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਜਦ ਮੁੱਖ ਮੰਤਰੀ ਸੀ ਤਾਂ 2 ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀ ਤੇ ਸਵਾਲ ਉੱਠਣੇ ਸ਼ੁਰੂ ਹੋਏ ਸੀ। ਉਦੋਂ ਵੀ ਇਹੀ ਸਵਾਲ ਉੱਠੇ ਸੀ ਕਿ ਆਪਣੇ ਘਰਾਂ ਦੇ ਵਿੱਚ ਹੀ ਨੌਕਰੀ ਦੇਣ ਦਾ ਮਤਲਬ ਘਰ ਘਰ ਰੋਜ਼ਗਾਰ ਸਕੀਮ ਰੱਖਿਆ ਗਿਆ ਸੀ। ਤਾਂ ਇੱਕ ਵਾਰ ਫਿਰ ਉਹੀ ਸਵਾਲ ਉੱਠਣ ਲੱਗੇ ਨੇ। ਹੁਣ डिप्टी सीएम सुखजिंदर रंधावा दे जवाई दी एडिशनल एजी के तौर पर नियुक्ति ते ये सवाल उठ रहे हैं। हरसिमरत कौर बादल ने भी सवाल चुके ने, ट्वीट किया है, ट्वीट करके लिखा कि सुखजिंदर रंधावा दसन कि उन्हां दा जवाई एडिशनल एजी किवें लग्या। हरपाल सिंह चीमा विरोधी धिर दे आगू ने, उन्होंने भी ट्वीट किया, लिखा कि सुखजिंदर रंधावा दे जवाई नूं एजी दफ्तर च नियुक्त करके मुख्यमंत्री चन्नी राहुल गांधी दी परिवारवाद दी सियासत नूं अगे वधा रहे हैं। कांग्रेस दा भाई भतीजावाद हर घर नौकरी दे वादे ते भारी पै रहा है। बेहद शर्मनाक। तुसीं पंजाब दे नौजवानों लई सोचना कदों शुरू करोगे। तो विरोधी धिर दे आगू हरपाल चीमा ने भी सवाल चुके ने।
ਰਾਹੁਲ ਗਾਂਧੀ ਤੱਕ ਸਵਾਲ ਚੁੱਕ ਦਿੱਤੇ ਨੇ। ਕਿਹਾ ਹੈ ਕਿ ਪਰਿਵਾਰਵਾਦ ਦੀ ਰਾਹੁਲ ਗਾਂਧੀ ਦੀ ਨੀਤੀ ਨੂੰ ਹੀ ਚੰਨੀ ਅੱਗੇ ਵਧਾ ਰਹੇ ਨੇ ਤੇ ਭਾਈ ਭਤੀਜਾਵਾਦ, ਕਾਂਗਰਸ ਦਾ ਭਾਈ ਭਤੀਜਾਵਾਦ ਹਰ ਘਰ ਨੌਕਰੀ ਦੇ ਵਾਅਦੇ ਤੇ ਭਾਰੀ ਪੈ ਰਿਹਾ ਹੈ। ਇਹ ਵੀ ਕਿਹਾ ਹੈ ਕਿ ਤੁਸੀਂ ਪੰਜਾਬ ਦੇ ਨੌਜਵਾਨਾਂ ਲਈ ਸੋਚਣਾ ਕਦੋਂ ਸ਼ੁਰੂ ਕਰੋਗੇ। ਸੁਖਜਿੰਦਰ ਰੰਧਾਵਾ ਦੇ ਦਾਮਾਦ ਨੂੰ ਨੌਕਰੀ ਦੇਣ ਤੋਂ ਬਾਅਦ ਜਾਂ ਫਿਰ ਐਡੀਸ਼ਨਲ ਐਡਵੋਕੇਟ ਜਨਰਲ ਲਗਾਉਣ ਤੋਂ ਬਾਅਦ ਵਿਰੋਧੀ ਸਵਾਲ ਚੱਕ ਰਹੇ ਨੇ। ਵਿਰੋਧੀ ਲਗਾਤਾਰ ਕਹਿ ਰਹੇ ਨੇ ਕਿ ਘਰ ਘਰ ਰੋਜ਼ਗਾਰ ਦੇਣ ਦਾ ਦਾਅਵਾ ਕਰਨ ਵਾਲੀ ਪੰਜਾਬ ਕਾਂਗਰਸ ਸਿਰਫ ਆਪਣੇ ਚਹੇਤਿਆਂ ਨੂੰ ਨੌਕਰੀ ਦੇ ਰਹੀ ਹੈ। ਮੇਰੇ ਨਾਲ ਫਤਿਹ ਸਿੰਘ ਬਾਜਵਾ ਨੇ। ਪਹਿਲਾਂ ਇਹਨਾਂ ਦੇ ਬੇਟੇ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜਦੋਂ ਨੌਕਰੀ ਦਿੱਤੀ ਗਈ ਸੀ ਉਦੋਂ ਬਵਾਲ ਉੱਠਿਆ, ਇਹਨਾਂ ਨੇ ਸਟੈਪ ਵਾਪਸ ਲੈ ਲਿਆ। ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਤੁਹਾਡੇ ਬੇਟੇ ਨੂੰ ਪਹਿਲਾਂ ਨੌਕਰੀ ਦਿੱਤੀ ਗਈ, ਉਦੋਂ ਵੀ ਪੂਰਾ ਵਿਵਾਦ ਹੋਇਆ, ਔਰ ਹੁਣ ਐਡੀਸ਼ਨਲ ਐਡਵੋਕੇਟ ਜਨਰਲ ਸੁਖਜਿੰਦਰ ਰੰਧਾਵਾ ਦੇ ਦਾਮਾਦ ਨੂੰ ਲਗਾਇਆ ਗਿਆ, ਵਿਰੋਧੀ ਸਵਾਲ ਚੱਕ ਰਹੇ। ਦੇਖੋ ਪੰਕਜ ਜੀ, ਵਿਰੋਧੀਆਂ ਨੇ ਤੇ ਸਵਾਲ ਚੱਕਣੇ ਨੇ। ਇਹ ਲੋਕ ਜਿਹੜੇ ਕਿ ਸੁਖਜਿੰਦਰ ਸਿੰਘ ਰੰਧਾਵਾ ਜੀ ਜਿਹੜੇ ਅੱਜ ਹੋਮ ਮਿਨਿਸਟਰ ਪੰਜਾਬ ਨੇ, ਇਹਨਾਂ ਨੇ ਜਿਸ ਵਕਤ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਮੇਰੇ ਬੇਟੇ ਨੂੰ ਅਰਜੁਨ ਪ੍ਰਤਾਪ ਸਿੰਘ ਬਾਜਵਾ ਨੂੰ ਡੀਐਸਪੀ ਦੀ ਨੌਕਰੀ ਦਿੱਤੀ ਤੇ ਇਹਨਾਂ ਨੇ ਬੜੇ ਸਵਾਲ ਚੱਕੇ ਵੀ ਅਸੀਂ ਲੋਕਾਂ ਦੇ ਵਿੱਚ ਕਿੱਦਾਂ ਜਾਵਾਂਗੇ ਜਦੋਂ ਕਿ ਤੁਸੀਂ ਆਪਣੇ ਐਮਐਲਏ ਦੇ ਬੇਟਿਆਂ ਨੂੰ ਨੌਕਰੀ ਦੇ ਰਹੇ ਹੋ। ਤੁਹਾਡੇ ਦਾਸ ਨੇ ਤਾਂ ਇਹ ਨੌਕਰੀ ਠੁਕਰਾਤੀ, ਅਸੀਂ ਉਹ ਨੌਕਰੀ ਨਹੀਂ ਲਈ। ਪਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਕਿ ਪੰਜਾਬ ਦੇ ਹੋਮ ਮਿਨਿਸਟਰ ਨੇ, ਇਹ ਪੰਜਾਬ ਦੇ ਹੋਮ ਮਿਨਿਸਟਰ ਨੇ ਕਿ ਆਪਣੇ ਘਰ ਦੇ ਹੋਮ ਮਿਨਿਸਟਰ ਨੇ? ਹਰ ਚੀਜ਼ ਆਪਣੇ ਘਰ 'ਚ ਲੈ ਕੇ ਆਣੀ, ਆਪਣੇ ਜਵਾਈ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਲਾਣਾ, ਕੀ ਇਹ ਠੀਕ ਹੈ? ਇਸ ਦਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਤਰੁਣਵੀਰ ਸਿੰਘ ਹੁਰਾਂ ਨੂੰ ਪਹਿਲੇ ਵੀ ਜਦੋਂ ਸਰਕਾਰ ਕੈਪਟਨ ਅਮਰਿੰਦਰ ਸਿੰਘ ਹੁਰਾਂ ਦੀ ਬਣੀ ਸੀ ਉਸ ਵਕਤ ਵੀ ਇਹਨਾਂ ਨੇ ਅਪਲਾਈ ਕੀਤਾ ਸੀਗਾ ਔਰ ਇਹ ਉਸ ਕ੍ਰਾਈਟੇਰੀਆ 'ਚ ਹੀ ਫਾਲ ਨਹੀਂ ਸੀ ਕਰਦੇ ਔਰ ਇਹਨਾਂ ਦਾ ਕੇਸ ਰਿਜੈਕਟ ਹੋਇਆ ਸੀ। ਅੱਜ ਸੁਖੀ ਰੰਧਾਵਾ ਜੀ ਆਪਣੇ ਉਸ ਅਹੁਦੇ ਦੀ ਦੁਰਉਪਯੋਗ ਕਰਦਿਆਂ ਹੋਇਆ ਅੱਜ ਆਪਣੇ ਜਵਾਈ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਲਾ ਕੇ ਇਹਨਾਂ ਨੇ ਨਿਯੁਕਤੀ ਕਰਵਾਈ ਹੈ। ਐਡਵੋਕੇਟ ਜਨਰਲ ਹੀ ਬਣਾ ਲੈਂਦੇ, ਫਿਰ ਇੱਕ ਸਟੈਪ ਥੱਲੇ ਕਿਉਂ? ਜੇ ਇਹ ਘਰ ਨੂੰ ਹੀ ਆਪਣੇ ਨੌਕਰੀਆਂ ਤੁਸੀਂ ਦੇਣੀਆਂ ਨੇ, ਸੁਖੀ ਰੰਧਾਵਾ ਜੀ, ਮੈਂ ਤੁਹਾਨੂੰ ਨਿਊਜ਼ 18 ਦੇ ਮਾਧਿਅਮ ਦੇ ਰਾਹੀਂ ਮੈਂ ਪੁੱਛਣਾ ਚਾਹਨਾ, ਦੂਜਿਆਂ ਤੇ ਉਂਗਲ ਕਰਨ ਨਾਲ 3 ਉਂਗਲਾਂ ਤੁਹਾਡੇ ਵੱਲ ਵੀ ਹੁੰਦੀਆਂ ਨੇ। ਮੈਂ ਤੇ ਆਪਣੇ ਬੇਟੇ ਦੀ ਉਸ ਵਕਤ ਨੌਕਰੀ ਤਿਆਗੀ ਔਰ ਇਹ ਕਹਿਤਾ ਸੀ ਪਹਿਲੇ ਹੀ ਨੌਕਰੀ ਲੈਣ ਤੋਂ ਪਹਿਲੇ ਸੀਐਮ ਸਾਹਿਬ ਨੂੰ ਵੀ ਸਾਡਾ ਪਰਿਵਾਰ ਇਹ ਨੌਕਰੀ ਨਹੀਂ ਲੈਣਾ ਚਾਹੁੰਦਾ, ਤੇ ਤੁਸੀਂ ਤਾਂ ਇਹ ਪ੍ਰੂਵ ਕਰ ਦਿੱਤਾ ਲੋਕਾਂ ਦੇ ਵਿੱਚ ਵੀ ਹੋਮ ਮਿਨਿਸਟਰੀ ਤੁਹਾਡੇ ਘਰ ਦੀ ਹੈ। ਇਹੋ ਹੀ ਸੁਖੀ ਰੰਧਾਵਾ ਜੀ ਦੇ ਕੋਆਪਰੇਟਿਵ ਮਹਿਕਮੇ ਇਹਨਾਂ ਕੋਲ ਹੈ। ਕੋਆਪਰੇਟਿਵ ਮਹਿਕਮੇ ਦੇ ਵਿੱਚ ਸ਼ੂਗਰਫੈਡ ਔਰ ਮਾਰਕਫੈਡ ਦੇ ਜਿਹੜੇ ਐਡਵੋਕੇਟਸ ਪੈਨਲ ਦੇ ਉੱਤੇ ਤਰੁਣਵੀਰ ਸਿੰਘ ਉੱਥੇ ਵੀ ਹੈ। ਕੀ ਆਫ ਕਨਫਲਿਕਟ ਆਫ ਇੰਟਰਸਟ ਨਹੀਂ ਹੈ? ਕੀ ਇਹ ਆਪਣੇ ਰਿਸ਼ਤੇਦਾਰਾਂ ਨੂੰ ਉਹਦਾ ਫਾਇਦਾ ਨਹੀਂ ਦੇਣਾ ਚਾਹੁੰਦੇ? ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸਣਾ ਚਾਹੁੰਦਾ, ਮੈਂ ਆਪਣੇ ਜਿਹੜੇ ਮੇਰੇ ਸਾਥੀ ਭਰਾ ਨੇ ਕਾਂਗਰਸ ਦੇ ਵਿੱਚ, ਇਹ ਮੈਂ ਕੈਪਟਨ ਸਾਹਿਬ ਵੇਲੇ ਵੀ ਇਹ ਗੱਲ ਚੱਕੀ ਸੀ ਵੀ ਕੈਪਟਨ ਸਾਹਿਬ, ਆਪਾਂ ਲੋਕਾਂ ਨੂੰ ਕਹਿੰਦੇ ਆ ਵੀ ਲੋਕਾਂ ਨੂੰ ਪੰਜਾਬ ਦਾ ਜਿਹੜਾ ਕਾਂਗਰਸ ਦਾ ਵਰਕਰ ਹੈ ਉਹਨਾਂ ਨੂੰ ਸਾਨੂੰ ਅਕੋਮੋਡੇਟ ਕਰਨ ਦੀ ਲੋੜ ਹੈ, ਉਹਨਾਂ ਨੂੰ ਸਾਨੂੰ ਤਕੜਿਆ ਕਰਨ ਦੀ ਲੋੜ ਹੈ, ਤਾਂ ਹੀ ਅਸੀਂ ਪੰਜਾਬ ਦੇ ਵਿੱਚ ਦੁਬਾਰਾ ਜਿੱਤ ਕੇ ਆਵਾਂਗੇ। ਲੇਕਿਨ ਸੁਖੀ ਰੰਧਾਵਾ ਹੋਰੀ ਕਹਿ ਰਹੇ ਕਿ ਪੂਰਾ ਫੁੱਲਫਿਲ ਕਰਦੇ ਨੇ, ਇਸ ਦੇ ਵਿੱਚ ਉਹਨਾਂ ਦਾ ਕੋਈ ਰੋਲ ਨਹੀਂ ਹੈ। ਏਜੀ ਦੀ ਮਰਜ਼ੀ ਦੇ ਨਾਲ ਹੋਇਆ, ਕੋਈ ਰੋਲ ਤਾਂ ਉਹਨਾਂ ਦਾ ਹੈ ਨਹੀਂ, ਉਹ ਆਪਣੀ ਗੱਲ ਰੱਖ ਰਹੇ। ਦੇਖੋ ਕੋਈ ਫੁੱਲਫਿਲ, ਜੇ ਇਸ ਤੋਂ ਪਹਿਲੇ ਐਡਵੋਕੇਟ ਜਨਰਲ ਜਦੋਂ ਅਤੁਲ ਨੰਦਾ ਜੀ ਸੀਗੇ ਉਦੋਂ ਇਹਨਾਂ ਨੇ ਅਪਲਾਈ ਕੀਤਾ, ਜੇ ਉਦੋਂ ਨਹੀਂ ਸੀ ਇਹ ਫੁੱਲਫਿਲ ਕਰਦੇ ਉਹ ਸਾਰੀਆਂ ਸ਼ਰਤਾਂ, ਤੇ ਅੱਜ ਕਿੱਦਾਂ ਕਰਦੇ ਨੇ? ਇਹ ਬਿਲਕੁਲ ਬੇਬੁਨਿਆਦ ਹੈ ਔਰ ਮੈਂ ਸਮਝਦਾ ਵੀ ਇਹ ਆਪਣੇ ਜਵਾਈਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਦੇ ਕੇ ਨਵਾਜਣਾ ਚਾਹੁੰਦੇ। ਮੈਂ ਇੱਕ ਗੱਲ ਤੁਹਾਨੂੰ ਇਸ ਤੋਂ ਅੱਗੇ ਲੈ ਕੇ ਜਾਣਾ, ਆ ਜਿਹੜੀ ਸੋ ਕਾਲਡ ਮਾਝਾ ਐਕਸਪ੍ਰੈਸ ਹੈ ਜਿਹਦੇ ਵਿੱਚ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਵੀ ਆਉਂਦੇ ਨੇ, ਉਹਨਾਂ ਦਾ ਆਪਣਾ ਬੇਟਾ ਜ਼ਿਲ੍ਹਾ ਪਰਿਸ਼ਦ ਦਾ ਗੁਰਦਾਸਪੁਰ ਦਾ ਚੇਅਰਮੈਨ ਹੈ ਔਰ ਮੈਂ ਅੱਗੇ ਵੀ ਕਿਹਾ ਸੀ ਵੀ ਉੱਥੇ ਸਾਡੇ ਠਾਕੁਰ ਬਲਰਾਜ ਸਿੰਘ ਹੈ ਜਿਹੜੇ 4 ਵਾਰ ਜਿੱਤ ਕੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਬਣੇ ਔਰ ਉਹੋ ਜਿਹੇ ਪੱਕੇ ਕਾਂਗਰਸੀ ਨੂੰ ਤੁਸੀਂ ਅੱਖੋਂ ਪਰੋਖੇ ਕਰ ਦੋ ਤੇ ਆਪਣੇ ਰਿਸ਼ਤੇਦਾਰਾਂ, ਆਪਣੇ ਬੱਚਿਆਂ ਨੂੰ ਨੌਕਰੀਆਂ ਦਿਓ, ਤੇ ਇਹ ਭਤੀਜਾ ਭਾਈਵਾਦ ਕਦੋਂ ਖਤਮ ਹੋਏਗਾ? ਇਸ ਤੋਂ ਬਾਅਦ ਜਿਹੜੇ ਸੁਖ ਸਰਕਾਰੀਆ ਜੀ ਨੇ, ਉਹਨਾਂ ਦਾ ਆਪਣਾ ਭਤੀਜਾ ਉਹ ਵੀ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਹੈ ਅੰਮ੍ਰਿਤਸਰ ਦਾ। ਉਹ ਮੇਰੇ ਵੀਰੋ, ਜੇ ਆਪਾਂ ਕਾਂਗਰਸ ਦੇ ਵਰਕਰ ਨੂੰ ਨਹੀਂ ਤਕੜਿਆਂ ਕਰਾਂਗੇ,
ਤੇ ਆਪਾਂ ਆਪਣੇ ਰਿਸ਼ਤੇਦਾਰ, ਆਪਣੇ ਭਤੀਜਿਆਂ ਨੂੰ, ਆਪਣੇ ਬੇਟਿਆਂ ਨੂੰ ਅੱਗੇ ਲਿਆਵਾਂਗੇ ਤੇ ਲੋਕ ਤੁਹਾਡੇ ਨਾਲ ਕਿੱਦਾਂ ਚੱਲਣਗੇ? ਆਪਾਂ ਲੋਕਾਂ ਨੂੰ ਕੀ ਜਵਾਬ ਦੇਵਾਂਗੇ? ਅਸੀਂ ਜਦੋਂ ਲੋਕਾਂ 'ਚ ਜਾਵਾਂਗੇ ਸਾਡੇ ਕੋਲ ਕੀ ਜਵਾਬ ਇਹਨਾਂ ਗੱਲਾਂ ਦਾ? ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਵੀ ਜੇਕਰ ਮੈਂ ਜਾਖੜ ਸਾਹਿਬ ਦਾ ਧੰਨਵਾਦ ਕਰਨਾ ਚਾਹਨਾ। ਜਦੋਂ ਜਾਖੜ ਸਾਹਿਬ ਨੇ ਮੇਰੇ ਬੇਟੇ ਦੀ ਇਸ ਨਿਯੁਕਤੀ ਦੇ ਉੱਤੇ ਗੱਲ ਕੀਤੀ ਤੇ ਮੈਂ ਜਾਖੜ ਸਾਹਿਬ ਨੂੰ ਇਹ ਸਵਾਲ ਪੁੱਛਿਆ, ਜਾਖੜ ਸਾਹਿਬ ਤੁਹਾਡਾ ਭਤੀਜਾ ਅਜੇਵੀਰ ਸਿੰਘ ਜਾਖੜ ਪੰਜਾਬ ਦਾ ਫਾਰਮਰ ਕਮਿਸ਼ਨ ਦਾ ਚੇਅਰਮੈਨ ਹੈ, ਤੁਸੀਂ ਦੱਸੋ ਤੁਸੀਂ ਫਿਰ ਉਹਨੂੰ ਲਾਓਗੇ? ਤੇ ਜਾਖੜ ਸਾਹਿਬ ਦਾ ਮੈਂ ਧੰਨਵਾਦ ਕਰਦਾ, ਉਹਨਾਂ ਨੇ ਆਪਣੇ ਭਤੀਜੇ ਦਾ 1 ਮਹੀਨੇ ਬਾਅਦ ਜਿਹੜਾ ਸੀਗਾ ਉਹ ਰੈਜ਼ਿਗਨੇਸ਼ਨ ਦੇ ਦਿੱਤਾ ਸੀ। ਲੇਕਿਨ ਤੁਹਾਡੀ ਆਪਣੀ ਬੇਟੀ ਖੁਦ ਐਡਵੋਕੇਟ ਜਨਰਲ ਦੇ ਦਫ਼ਤਰ ਨੇ, ਡਿਪਟੀ ਜਨਰਲ ਨੇ, ਕਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ ਕਿ ਤੁਸੀਂ ਤਾਂ ਤੁਹਾਡੇ ਘਰ ਵੀ ਤੁਸੀਂ ਵਿਧਾਇਕ ਹੋ, ਤੁਸੀਂ ਵੀ ਇਹੀ ਚੀਜ਼ ਕਰ ਰਹੇ ਹੋ ਜੋ ਦੂਸਰਿਆਂ ਤੇ ਉਂਗਲ ਚੱਕ ਰਹੇ ਹੋ? ਸੁਣੋ ਮੈਂ ਇਹੋ ਤੁਹਾਨੂੰ ਗੱਲ ਦੱਸਣਾ ਚਾਹਨਾ, ਮੇਰੀ ਬੇਟੀ ਸੁਖਮਨੀ ਫਤਿਹ ਸਿੰਘ ਹੁੱਡਾ ਸਾਹਿਬ ਦੀ ਸਰਕਾਰ ਵਿੱਚ 4 ਸਾਲ ਡਿਪਟੀ ਐਡਵੋਕੇਟ ਜਨਰਲ ਲਈ ਔਰ ਦਿੱਲੀ ਦੇ ਆਫਿਸ ਨੂੰ ਲੁੱਕ ਆਫਟਰ ਕਰਦੀ ਰਹੀ। ਜਦੋਂ ਸਾਡੀ ਸਰਕਾਰ ਬਣੀ ਹੈ ਉਸ ਦੇ ਵਿੱਚ ਉਹਨੇ ਅਪਲਾਈ ਕੀਤਾ ਡਿਪਟੀ ਐਡਵੋਕੇਟ ਜਨਰਲ ਤੋਂ, ਉਹਨਾਂ ਨੇ ਕਿਹਾ ਨਹੀਂ ਜੀ ਇਹ ਅਸਿਸਟੈਂਟ ਐਡਵੋਕੇਟ ਜਨਰਲ ਬਣ ਸਕਦੀ ਹੈ। ਵੇਅਰ ਐਜ਼ 5 ਈਅਰ ਲਾਅ ਤੋਂ ਬਾਅਦ ਉਹਨੇ ਬਾਰ ਐਟ ਲਾਅ ਲੰਡਨ ਕੀਤਾ ਕਿੰਗਸ ਕਾਲਜ ਤੋਂ। ਉਹਦੀਆਂ ਕੁਆਲੀਫਿਕੇਸ਼ਨਸ ਦੇ ਬਰਾਬਰ ਇਹਨਾਂ ਦੀ ਕਿਸੇ ਦੀ ਹੈ ਤੇ ਮੈਂ ਜ਼ਰੂਰ ਸਮਝਣਾ ਵੀ ਇਹਨਾਂ ਦਾ ਕੁਐਸਚਨ ਬਣਦਾ ਹੈ। ਪਰ ਜੇ ਉਹ ਆਪਣੀ ਲਿਆਕਤ ਨਾਲ ਕੀ ਬਣੀ ਅਸਿਸਟੈਂਟ ਐਡਵੋਕੇਟ ਜਨਰਲ ਪਹਿਲੀ ਪੌੜੀ, ਔਰ ਜੇ ਕੀ ਉਹ ਮੈਂ ਉੱਥੇ ਆਪਣਾ ਇਸ ਵਜੂਦ ਨੂੰ ਜਾਂ ਮੈਂ ਉਹਦਾ ਕੈਪਟਨ ਸਾਹਿਬ ਨੂੰ ਕਹਿੰਦਾ ਤੇ ਕੀ ਮੈਂ ਉਹਨੂੰ ਐਡੀਸ਼ਨਲ ਐਡਵੋਕੇਟ ਜਨਰਲ ਨਹੀਂ ਸੀ ਬਣਾ ਸਕਦਾ? ਲੇਕਿਨ ਉਹ ਵੀ ਕਹਿ ਰਹੇ ਕਿ ਆਪਣੀ ਲਿਆਕਤ ਨਾਲ ਆਪਣੀ ਜਿਹੜੀ ਕੁਆਲੀਫਿਕੇਸ਼ਨ ਫੁੱਲਫਿਲ ਕੀਤੀ ਉਸੇ ਦੇ ਹਿਸਾਬ ਨਾਲ ਹੈ, ਇਸ ਦੇ ਵਿੱਚ ਕੋਈ ਰੋਲ ਨਹੀਂ। ਜਿਵੇਂ ਤੁਹਾਡੀ ਬੇਟੀ ਉਸੇ ਤਰੀਕੇ ਨਾਲ ਉਹਨਾਂ ਦਾ ਦਮਾਦ। ਜੇ ਇਹੋ ਮੈਂ ਗੱਲ ਕਰ ਰਿਹਾ ਪੰਕਜ ਜੀ, ਇਹ ਚੀਜ਼ ਉਹ ਆਲਰੇਡੀ ਰਿਜੈਕਟਡ ਸੀਗਾ, ਰਿਜੈਕਟਡ ਨੂੰ ਤੁਸੀਂ ਫੇਰ ਲਿਆ ਕੇ ਕਰਨਾ ਤੇ ਇਹ ਤੇ ਕੋਈ ਗੱਲ ਨਹੀਂ ਨਾ ਬਣੀ। ਇਹਦਾ ਮਤਲਬ ਤੁਸੀਂ ਆਪਣੇ ਹੋਮ ਮਿਨਿਸਟਰ ਹੋਣ ਦਾ ਇਹ ਸਾਰਾ ਕੁਝ ਤੁਸੀਂ ਕਰ ਰਹੇ ਹੋ। ਮੈਂ ਆਪਣੇ ਸਾਥੀਆਂ ਨੂੰ ਇਹ ਕਹਿਣਾ ਚਾਹਨਾ, ਦੂਜਿਆਂ ਤੇ ਉਂਗਲ ਕਰਨੀ ਬੜੀ ਸੌਖੀ ਹੈ, ਆਪਣੇ ਜਿਹੜੇ ਇਹ ਪੁੱਤਰ ਤੇ ਭਤੀਜੇ ਨੇ ਇਹਨਾਂ ਨੂੰ ਰਿਜ਼ਾਈਨ ਕਰਾਓ, ਲੋਕਾਂ ਵਿੱਚ ਜਾਣਾ ਅੱਜ ਤੋਂ 2 ਮਹੀਨੇ ਬਾਅਦ ਤੇ ਫਿਰ ਤੁਸੀਂ ਕੀ ਜਵਾਬ ਦੋਗੇ? ਇਹ ਤੁਹਾਡੇ ਕੋਲ ਪੁੱਛਣਾ ਨੇ। ਪੰਜਾਬ ਮਾਝੇ ਦੀ ਸਿਆਸਤ 'ਚ ਹੋ ਕੀ ਰਿਹਾ? ਕਾਂਗਰਸ ਵਰਸਸ ਕਾਂਗਰਸ ਦੇਖਣ ਨੂੰ ਮਿਲ ਰਿਹਾ। ਤੁਸੀਂ ਇਲਜ਼ਾਮ ਚੁੱਕੇ, ਇਲਜ਼ਾਮ ਲਗਾਏ, ਪਹਿਲਾਂ ਤੁਹਾਡੇ ਤੇ ਇਲਜ਼ਾਮ ਲਗਾਏ, ਦੂਜੇ ਪਾਸੇ ਜਿਹੜੇ ਅਸ਼ਵਨੀ ਸ਼ੇਖਰੀ ਨੇ ਉਹ ਤਾਂ ਤ੍ਰਿਪਤ ਬਾਜਵਾ ਹੋਰਾਂ ਨੂੰ ਕਹਿ ਰਹੇ ਕਿ ਮੈਨੂੰ ਜਾਨ ਤੋਂ ਖਤਰਾ ਉਹਨਾਂ ਤੋਂ, ਉਹ ਤਾਂ ਇੱਥੋਂ ਤੱਕ ਕਹਿ ਰਹੇ ਨੇ। ਕਿਸ ਤਰੀਕੇ ਦੇ ਨਾਲ ਫਿਰ ਪੰਜਾਬ ਦੇ ਲੋਕ ਕੀ ਦੇਖਣਗੇ? ਪੰਕਜ ਜੀ ਦੇਖੋ, ਇਹ ਕਾਂਗਰਸ ਵਰਸਸ ਕਾਂਗਰਸ ਨਹੀਂ, ਪਰ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਵੀ ਇਹ 5 ਸਾਲ ਜਿਹੜੀ ਮਾਝਾ ਐਕਸਪ੍ਰੈਸ ਹੈ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਔਰ ਆਪਣੀ ਪਾਰਟੀ ਨੂੰ ਗੁੰਮਰਾਹ ਕਰਕੇ ਇਹ ਜਿਹੜਾ ਉਹ ਰਾਜ ਕਰਨ ਡਏ ਨੇ। ਉਹ ਰਾਜ ਕਿੱਦਾਂ? 4 ਸਾਲ ਸਵਾ 4 ਸਾਲ ਉਹਨਾਂ ਕੈਪਟਨ ਅਮਰਿੰਦਰ ਸਿੰਘ ਦਾ ਪੂਰਾ ਮਾਨ ਉਹਨਾਂ ਕੋਲ ਫਾਇਦਾ ਲਿਆ, ਆਪਣੇ ਬੱਚਿਆਂ ਨੂੰ ਚੇਅਰਮੈਨੀਆਂ ਦਵਾਈਆਂ, ਆਪ ਵਧੀਆ ਮਹਿਕਮੇ ਲਏ, 4-4 ਮਹਿਕਮੇ ਲਈ ਫਿਰਦੇ ਸੀ ਪੰਜਾਬ ਦੇ ਵਿੱਚ, ਲਿਟਰਲੀ ਆਪਣੇ ਆਪ ਨੂੰ ਚੀਫ ਮਿਨਿਸਟਰ ਕਹਿੰਦੇ ਸੀਗੇ। ਕਿਹਨਾਂ ਦਾ ਜ਼ਿਕਰ ਕਰ ਰਹੇ ਹੋ? ਮੈਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖ ਸਰਕਾਰੀਆ ਔਰ ਇਹ ਸੁਖੀ ਰੰਧਾਵਾ ਜੀ ਦਾ ਮੈਂ ਕਰ ਰਿਹਾ ਵੀ ਇਹਨਾਂ ਲੋਕਾਂ ਨੇ ਸਾਰਿਆਂ ਨੂੰ ਵੱਧ ਫਾਇਦਾ ਲਿਆ। ਲੇਕਿਨ ਮੋਰਚਾ ਵੀ ਉਹਨਾਂ ਨੇ ਖੋਲਿਆ, ਉਹਨਾਂ ਨੇ ਸਭ ਤੋਂ ਵੱਡਾ ਰੋਲ ਕੀਤਾ ਕਿ ਜਦੋਂ ਕੁਰਸੀ ਤੋਂ ਲਾਣਾ ਸੀਗਾ। ਮੋਰਚੇ ਇਹੋ ਹੀ ਹੁੰਦਾ ਨਾ, ਸੱਜਣ ਦੀ ਪਿੱਠ ਦੇ ਵਿੱਚ ਛੁਰਾ ਕੌਣ ਖੋਪਦਾ? ਦੁਸ਼ਮਣ ਤੋਂ ਡਰ ਨਹੀਂ, ਆਪਣਿਆਂ ਤੋਂ ਡਰ ਹੁੰਦਾ। ਇਹਨਾਂ ਨੇ ਉਹ ਪ੍ਰੂਫ ਕਰਕੇ ਦਿੱਤਾ ਵੀ ਪਹਿਲੇ ਨਾਲ ਜੁੜੇ ਰਹੇ, ਜਦੋਂ ਉਹਨੂੰ ਇੱਕ ਮੌਲ ਆ ਵੀ ਇਹ ਕੁਰਸੀ ਤੇ ਮੇਰੀ ਨਜ਼ਰ ਹੋ ਸਕਦੀ ਹੈ, ਇਹ ਮੈਂ ਕੁਰਸੀ ਤੇ ਬਹਿ ਸਕਦਾ, ਤੇ ਕੈਪਟਨ ਸਾਹਿਬ ਨੂੰ ਮਾੜਾ ਕਹਿਣਾ ਸ਼ੁਰੂ ਕਰ ਦਿੱਤਾ। ਮੈਂ ਇੱਕ ਗੱਲ ਦਾ ਜਵਾਬ ਮੰਗਣਾ, ਅਸ਼ਵਨੀ ਸ਼ੇਖੜੀ ਜੀ ਦੀ ਤੁਸੀਂ ਗੱਲ ਕੀਤੀ, ਇਹ ਕੀ ਕਾਰਨ ਹੈ ਵੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅੱਜ ਫਤਿਹਗੜ੍ਹ ਚੂੜੀਆਂ ਤੋਂ ਭੱਜ ਕੇ ਤੇ ਬਟਾਲੇ ਨੂੰ ਆਉਣਾ ਚਾਹੁੰਦੇ ਨੇ? ਕੀ ਵਜ੍ਹਾ ਹੈ? ਇਹਨਾਂ ਦੀ ਪਪੂਲੈਰਿਟੀ ਇਹ ਦੱਸਦੀ ਹੈ ਵੀ ਫਤਿਹਗੜ੍ਹ ਚੂੜੀਆਂ ਦੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ। ਇਹੋ ਵਜ੍ਹਾ ਹੋ ਸਕਦੀ ਹੈ ਵੀ ਉਹ ਬਟਾਲੇ ਨੂੰ ਆਣ ਕੇ ਭੱਜ ਪੈ ਰਹੇ ਨੇ। ਔਰ ਜਿਹੜਾ ਅਸ਼ਵਨੀ ਸ਼ੇਖੜੀ ਜੀ ਨੇ ਗੱਲ ਕਹੀ ਹੈ ਵੀ ਮੇਰੀ ਜਾਨ ਨੂੰ ਖਤਰਾ ਹੈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ, ਮੈਂ ਇਸ ਗੱਲ ਦੀ ਪ੍ਰੋੜਤਾ ਕਰਦਾ। ਉਸ ਦਾ ਕਾਰਨ ਇਹ ਹੈ ਵੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਸਾਰਿਆਂ ਨੂੰ ਕਲੋਜ਼ੈਸਟ ਬੰਦਾ ਬਲਵਿੰਦਰ ਸਿੰਘ ਜੀ ਕੋਟਲਾ ਬਾਮਾ, ਜਿਨ੍ਹਾਂ ਨੂੰ ਤ੍ਰਿਪਤ ਰਜਿੰਦਰ ਸਿੰਘ ਨੇ ਪਿਛਲੇ ਹਫਤੇ ਪੰਜਾਬ ਦਾ ਜੈਨਕੋ ਦਾ ਚੇਅਰਮੈਨ ਬਣਾਇਆ, ਉਹਨਾਂ ਦੇ ਵੱਡੇ ਭਾਈ, ਉਹਨਾਂ ਦੇ ਭਾਈ ਸਾਹਿਬ ਅਵਤਾਰ ਸਿੰਘ ਜੀ ਪੰਨੂ, ਉਹ ਸਿੱਖ ਫॉर ਜਸਟਿਸ ਦੇ ਵਰਲਡ ਵਾਈਡ ਸੈਕਟਰੀ ਜਨਰਲ ਨੇ। ਜਿਹੜੀ ਆਰਗੇਨਾਈਜੇਸ਼ਨ, ਜਿਹੜੀ ਖਾਲਿਸਤਾਨੀ ਆਰਗੇਨਾਈਜੇਸ਼ਨ ਤੇ ਬੈਨ ਲੱਗਾ ਹੈ, NIA ਦੀ ਸਾਡੀ ਟੀਮ ਜਿਹੜੀ ਇੰਡੀਅਨ ਕੈਨੇਡਾ ਵਿੱਚ ਜਾ ਕੇ ਉਹਨਾਂ ਦੇ ਅਗੇਂਸਟ ਮੂਵ ਕਰ ਰਹੀ ਹੈ,
ਉਹਨਾਂ ਦੇ ਭਰਾ ਨੂੰ ਸਕੇ ਨੂੰ ਉਹਨਾਂ ਦੇ ਭਰਾ ਨੂੰ ਅੱਜ ਚੇਅਰਮੈਨੀ ਦੇ ਕੇ ਪੰਜਾਬ ਜੈਨਕੋ ਦੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੀ ਪ੍ਰੂਵ ਕਰਨਾ ਚਾਹ ਰਹੇ ਨੇ? ਇਹ ਬਹੁਤ ਵੱਡੇ ਇਲਜ਼ਾਮ ਲਗਾ ਰਹੇ ਹੋ ਤੁਸੀਂ, ਬਹੁਤ ਵੱਡੇ ਇਲਜ਼ਾਮ ਲਗਾ ਰਹੇ ਹੋ। ਤੁਹਾਡੇ ਤੋਂ ਕੱਲ ਨੂੰ ਤ੍ਰਿਪਤ ਰਜਿੰਦਰ ਬਾਜਵਾ ਹੋਰੀ ਮਾਨਹਾਨੀ ਦਾ ਕੇਸ ਵੀ ਕਰ ਸਕਦੇ। ਕਰਨ ਮੇਰੇ ਤੇ ਕਰਨ, ਮੈਂ ਲੋਕਾਂ ਨੂੰ ਜਵਾਬ ਦੇਵਾਂਗਾ। ਇਹ ਤੇ ਸਾਡੇ ਕੋਲ ਇਹ ਤੇ ਆਪਣੇ ਕੋਲ ਵੀਡੀਓ ਆਪਣਾ ਉਹਨਾਂ ਦੀਆਂ ਜਿਹੜੀਆਂ ਕਮੈਂਟਸ ਨੇ ਵੀ ਅਸੀਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਧੰਨਵਾਦ ਕਰਨਾ ਚਾਹੁੰਦੇ ਆ, ਅਸੀਂ ਸੁਖਜਿੰਦਰ ਸਿੰਘ ਹੋਮ ਮਿਨਿਸਟਰ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਆ ਵੀ ਉਹਨਾਂ ਨੂੰ ਜੈਨਕੋ ਦਾ ਚੇਅਰਮੈਨ ਬਣਾਇਆ ਗਿਆ। ਇਹ ਜਿਹੜੀਆਂ ਚੀਜ਼ਾਂ ਲੁਕੀਆਂ ਛਿਪੀਆਂ ਨਹੀਂ। ਲੇਕਿਨ ਕਨੈਕਸ਼ਨ ਕੀ ਹੈ? ਮੈਂ ਇਹ ਗੱਲ ਕਹਾਂਗਾ, ਤੁਸੀਂ ਤਾਂ ਸਿੱਖ ਫੋਰ ਜਸਟਿਸ ਤੇ ਪਹੁੰਚ ਗਏ, ਅਮਰੀਕਾ ਪਹੁੰਚ ਗਏ, ਇਹ ਕਨੈਕਸ਼ਨ ਕੀ ਤੁਸੀਂ ਕਿਸ ਤਰੀਕੇ ਨਾਲ ਕੱਢ ਰਹੇ ਹੋ? ਕਿਉਂਕਿ ਸਿੱਖ ਫੋਰ ਜਸਟਿਸ ਤਾਂ ਬੈਨ ਕੀਤੀ ਹੋਈ ਹੈ, ਸਭ ਤੋਂ ਖਤਰਨਾਕ ਹੈ ਪੰਜਾਬ ਦੇ ਲਈ। ਇਹ ਕਨੈਕਸ਼ਨ ਤਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰੀ ਦੱਸਣਗੇ ਵੀ ਜਿਹੜੀ ਮੈਂ ਗੱਲ ਕੀਤੀ ਹੈ ਸੱਚੀ ਹੈ ਕਿ ਝੂਠੀ ਹੈ, ਤੇ ਜੇ ਸੱਚੀ ਹੈ ਤੇ ਇਹਦੀ ਜਾਂਚ NIA ਕੋ ਹੋਣੀ ਚਾਹੀਦੀ ਹੈ। ਮੈਂ ਚੰਨੀ ਸਰਕਾਰ ਨੂੰ ਕਵਾਂਗਾ, ਮੈਂ ਆਪਣੀ ਸਰਕਾਰ ਨੂੰ ਕਵਾਂਗਾ ਵੀ ਚੰਨੀ ਜੀ ਇਹ ਬੁੱਕਲ ਦੇ ਸੱਪਾਂ ਤੋਂ ਬਚਣ ਦੀ ਲੋੜ ਹੈ। ਇਹ ਸਾਨੂੰ ਹੋਰ ਕਿਸੇ ਤੋਂ ਨਹੀਂ, ਇਹਨਾਂ ਦਾ ਪਤਾ ਕਰਾਓ ਵੀ ਇਹਨਾਂ ਦੇ ਲਿੰਕ ਕੀ ਨੇ, ਬਾਹਰ ਕਿਹਦੇ ਨਾਲ ਜੋੜਦੇ ਨੇ ਇਹ ਲਿੰਕ। ਔਰ ਮੈਂ ਦਾਅਵੇ ਨਾਲ ਗੱਲ ਕਹਿ ਸਕਦਾ ਫਤਿਹ ਜੰਗ ਸਿੰਘ ਬਾਜਵਾ ਨੇ ਜਿਹੜੀ ਗੱਲ ਕਹੀ ਹੈ ਸੱਚੀ ਤੇ ਸੁੱਚੀ ਗੱਲ ਕਹੀ ਹੈ, ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਹੈ। ਕੱਲ ਨੂੰ ਇਹੋ ਜਿਹੇ ਬੰਦੇ, ਪੰਜਾਬ ਬਹੁਤ ਭਾਰੀ ਸਮੇਂ ਦੇ ਵਿੱਚੋਂ ਲੰਘਿਆ, ਸਾਨੂੰ ਪਤਾ ਵੀ ਅਸੀਂ ਔਰ ਸਟਾਰਟਿੰਗ 90 ਦੇ ਦਰ ਤੱਕ ਪੰਜਾਬ ਕਿੰਨਾ ਪਿੱਛੇ ਜਾ ਕੇ ਡਿੱਗਿਆ ਔਰ ਕਿਸ ਕਿਸਮ ਦੇ ਹਾਲਾਤ ਰਹੇ ਪੰਜਾਬ ਦੇ ਵਿੱਚ। ਅਸੀਂ ਉਹ ਪੰਜਾਬ ਦੇ ਹਾਲਾਤ ਕਤਈ ਨਹੀਂ ਵੇਖਣਾ ਚਾਹੁੰਦੇ। ਤੁਸੀਂ ਹਾਈ ਕਮਾਂਡ ਨੂੰ ਇਸ ਗੱਲ ਦਾ ਜ਼ਿਕਰ ਕੀਤਾ, ਅਗਰ ਇੰਨੀਆਂ ਚੀਜ਼ਾਂ ਨੇ ਤਾਂ ਫਿਰ ਬਹੁਤ ਵੱਡੇ ਇਲਜ਼ਾਮ ਤੁਸੀਂ ਲਗਾ ਰਹੇ ਹੋ। ਮੈਂ ਇਲਜ਼ਾਮ ਨਹੀਂ ਲਾ ਰਿਹਾ, ਮੈਂ ਸੱਚ ਦੱਸ ਰਿਹਾ, ਤੇ ਸੱਚ ਦੀ ਲੜਾਈ ਉਹੀ ਬੰਦਾ ਕਰ ਸਕਦਾ ਜਿਹੜਾ ਨਿਡਰ ਹੋਵੇ। ਮੈਂ ਸੱਚ ਦੀ ਲੜਾਈ, ਪੰਜਾਬ ਦੀ ਲੜਾਈ ਲੜਾਂਗਾ। ਔਰ ਜਿਹੜੇ ਬੰਦੇ ਇਸ ਕਿਸਮ ਦਾ ਜਿਨ੍ਹਾਂ ਦਾ ਰੋਲ ਹੈ ਔਰ ਜਿਹੜੇ ਬੰਦੇ ਅੰਦਰ ਖਾਤੇ ਵੱਡੇ ਉਹਨਾਂ ਆਰਗੇਨਾਈਜੇਸ਼ਨਸ ਦੇ ਨਾਲ ਆਪਣਾ ਤਵੱਲਕ ਰੱਖਦੇ ਨੇ, ਉਹਨਾਂ ਦਾ ਵੀ ਜਵਾਬ ਲੋਕ ਮੰਗਣਗੇ। ਫਤਿਹ ਜੰਗ ਸਿੰਘ ਬਾਜਵਾ ਨਹੀਂ ਮੰਗੇਗਾ, ਪੰਜਾਬ ਦੇ ਲੋਕ ਮੰਗਣਗੇ। ਔਰ ਮੈਂ ਮਾਝੇ ਦੀ ਲੜਾਈ ਤੁਸੀਂ ਕਰ ਰਹੇ ਹੋ, ਮਾਝੇ ਦੀ ਲੜਾਈ 'ਚ ਨਵਜੋਤ ਸਿੰਘ ਸਿੱਧੂ ਵੀ ਹੈ, ਉਹ ਲਗਾਤਾਰ ਖਫਾ ਨਜ਼ਰ ਆ ਰਹੇ ਆ। ਉਹ ਲਗਾਤਾਰ ਕਹਿ ਰਹੇ AG ਬਦਲੋ, DGP ਬਦਲੋ, ਕਹਿੰਦੇ ਜਾਂ ਕੰਪਰੋਮਾਈਜ਼ ਅਫਸਰ ਰੱਖ ਲਓ ਜਾਂ ਫਿਰ ਪ੍ਰਧਾਨ ਰੱਖ ਲਓ। ਤਾਂ ਮਾਝੇ ਦੇ ਵਿੱਚ ਹੋ ਕੀ ਰਿਹਾ? ਨਵਜੋਤ ਸਿੰਘ ਸਿੱਧੂ ਦੀ ਇਸ ਸਟੇਟਮੈਂਟ ਨੂੰ ਕਿਵੇਂ ਦੇਖ ਰਹੇ ਹੋ? ਨਵਜੋਤ ਸਿੰਘ ਸਿੱਧੂ ਕਹਿ ਰਹੇ ਮੈਂ ਤਾਂ ਪ੍ਰਧਾਨਗੀ ਉਦੋਂ ਸੰਭਾਲਾਂਗਾ, ਐਕਟਿਵ ਉਦੋਂ ਹੋਵਾਂਗਾ ਜਦੋਂ ਮੇਰੀਆਂ ਮੰਗਾਂ ਜਿਹੜੀਆਂ ਨੇ ਉਹ ਮੰਨ ਲਿੱਤੀਆਂ ਗਈਆਂ। ਦੇਖੋ, ਨਵਜੋਤ ਸਿੰਘ ਜੀ ਸਿੱਧੂ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਔਰ ਨਵਜੋਤ ਸਿੰਘ ਸਿੱਧੂ ਜਿਹੜੇ ਇਹ ਇਸ਼ੂਜ਼ ਚੁੱਕ ਰਹੇ ਨੇ ਇਹ ਬਿਲਕੁਲ ਸਹੀ ਇਸ਼ੂਜ਼ ਨੇ। ਜੇ ਅੱਜ ਨਵਜੋਤ ਸਿੰਘ ਸਿੱਧੂ ਜੀ ਇਹ ਕਹਿ ਰਹੇ ਨੇ ਵੀ AG ਬਦਲੋ ਜਾਂ DGP ਬਦਲੋ, ਇਹ ਉਹ ਕੌਣ ਬੰਦੇ ਨੇ? ਜਿਹੜੇ ਬੰਦੇ ਕੰਪਰੋਮਾਈਜ਼ ਕਰਦੇ ਨੇ, ਜਿਹੜੇ ਬੰਦੇ ਦੂਜੀਆਂ ਪਾਰਟੀਆਂ ਤੋਂ ਜਿਹੜੇ ਜਿਨ੍ਹਾਂ ਦੇ ਸੰਬੰਧ ਸਮਝ ਲਓ ਜਾਂ ਜਿਨ੍ਹਾਂ ਦੇ ਸੌਫਟ ਕਾਰਨਰ ਸਮਝ ਲਓ। ਜੇ ਅੱਜ ਉਹੀ AG ਇਹ ਪੰਜਾਬ ਸਰਕਾਰ ਇਹਨਾਂ ਨੂੰ ਕਰੇਗੀ, ਕਰਨਾ ਤੇ ਪੰਜਾਬ ਸਰਕਾਰ ਨੇ ਇਸ ਦੇ ਉੱਤੇ ਫੈਸਲਾ ਹੈ। ਪਰ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਇਹ ਮਸਲੇ ਨੇ ਉਹ ਸਹੀ ਨੇ, ਉਹ ਗਲਤ ਨਹੀਂ ਕਹਿ ਰਹੇ। ਉਹ ਇਹੋ ਜਿਹੇ ਲੋਕਾਂ ਲਈ ਗੱਲ ਕਰ ਰਹੇ ਨੇ ਵੀ ਉਹ ਜਿਹੜੇ ਲੋਕ ਜਿਹੜੇ ਆਪਣੇ ਵਿੱਚ ਜਿਹੜੇ ਬੁੱਕਲ ਦੇ ਸੱਪ ਬਣ ਕੇ ਬੈਠੇ ਨੇ, ਉਹਨਾਂ ਲੋਕਾਂ ਕੋਲ ਸਾਵਧਾਨ ਰਹਿਣ ਦੀ ਲੋੜ ਹੈ, ਉਹਨਾਂ ਕੋਲ ਸੁਚੇਤ ਰਹਿਣ ਦੀ ਲੋੜ ਹੈ। ਔਰ ਮੈਂ ਨਵਜੋਤ ਸਿੰਘ ਸਿੱਧੂ ਦੇ ਨਾਲ 100% ਇਸ ਗੱਲ ਤੇ ਖੜਾ ਵੀ ਜਿਹੜੀ ਪੰਜਾਬ ਦੀ ਆਵਾਜ਼ ਚੁੱਕ ਰਹੇ ਨੇ ਬਿਲਕੁਲ ਸਹੀ ਚੁੱਕ ਰਹੇ ਨੇ ਔਰ ਨਿਸਵਾਰਥ, ਬਿਲਕੁਲ ਉਹਦੇ ਵਿੱਚ ਉਹਨਾਂ ਦਾ ਸਵਾਰਥ ਨਹੀਂ। ਉਹ ਬੰਦਾ ਪੰਜਾਬ ਲਈ ਕੰਮ ਕਰਦਾ ਹੈ, ਪੰਜਾਬ ਦੀ ਆਵਾਜ਼ ਬਣਦਾ ਹੈ। ਸਿੱਧੂ ਨਾਲ ਪਹਿਲੇ ਵਿਧਾਇਕ ਤੁਸੀਂ ਹੁਣ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਹੋ। ਕੱਲ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਦੇ ਸਲਾਹਕਾਰੀ ਬੈਠੇ ਸੀ, ਸਿੱਧੂ ਕੱਲੇ ਪੈਂਦੇ ਹੋਏ ਨਜ਼ਰ ਆ ਰਹੇ ਸੀਗੇ। ਇੱਕ ਪਾਸੇ ਮੁੱਖ ਮੰਤਰੀ ਨੇ, ਦੂਜੇ ਪਾਸੇ ਸਿੱਧੂ ਕੱਲੇ ਪੈਂਦੇ ਹੋਏ ਨਜ਼ਰ ਆਏ। ਮਰਦ ਬੰਦੇ ਨੂੰ ਜਿਹੜੀ ਆਪਣੇ ਦਿਲ ਦੀ ਆਵਾਜ਼ ਕਰਨੀ ਚਾਹੀਦੀ ਹੈ। ਮੈਂ ਸਮਝਦਾ ਸਿੱਧੂ ਆਪਣੇ ਦਿਲ ਦੀ ਆਵਾਜ਼ ਕਰ ਰਿਹਾ, ਪੰਜਾਬ ਦੀ ਆਵਾਜ਼ ਕਰ ਰਿਹਾ। ਔਰ ਫਤਿਹ ਜੰਗ ਸਿੰਘ ਬਾਜਵਾ ਉਹਦੇ ਨਾਲ ਇਸ ਗੱਲ ਤੇ ਖੜਾ ਹੋਊਗਾ ਜਿਹੜਾ ਪੰਜਾਬ ਦੀ ਗੱਲ ਕਰੇਗਾ। ਔਰ ਅਸੀਂ ਪੰਜਾਬ ਦੀ ਗੱਲ ਕਰਾਂਗੇ। ਜੇ ਸਾਡੀ ਪਾਰਟੀ ਵਿੱਚ ਵੀ ਸਾਨੂੰ ਆਵਾਜ਼ ਬੁਲੰਦ ਕਰਨੀ ਪਈ ਤੇ ਕਰਾਂਗੇ, ਕਿਉਂਕਿ ਅਸੀਂ ਪੰਜਾਬ ਦੇ ਲੋਕਾਂ ਕੋਲ ਜਾਣਾ, ਪੰਜਾਬ ਦੇ ਲੋਕਾਂ ਦਾ ਫਤਵਾ ਲੈਣਾ। ਅਸੀਂ ਪੰਜਾਬ ਦੇ ਲੋਕਾਂ ਕੋਲ ਘਰ ਵੜ ਕੇ ਲੋਕਾਂ ਨੇ ਨਿਕਲਣ ਨਹੀਂ ਦੇਣਾ। ਗਲਤਫਹਿਮੀ ਦੇ ਸ਼ਿਕਾਰ ਨੇ, ਲੋਕਾਂ ਨੇ ਇਹਨਾਂ ਕੋਲ ਸਵਾਲ ਦੇ ਜਵਾਬ ਮੰਗਣੇ ਨੇ। ਤਾਂ ਲੱਗਦਾ ਕਿ 2022 ਚ ਇਸ ਦਾ ਨੁਕਸਾਨ ਹੋ ਸਕਦਾ। 1.5 ਮਹੀਨਾ ਬਚਿਆ, ਜਿਵੇਂ ਤੁਸੀਂ ਇਲਜ਼ਾਮ ਲਗਾਤੇ ਕਈ ਸਾਰੇ ਮਾਝੇ ਦੇ ਲੀਡਰਾਂ ਦੇ ਉੱਤੇ, ਨੁਕਸਾਨ ਹੋ ਸਕਦਾ। ਮਾਝਾ ਕਾਂਗਰਸ ਸਭ ਤੋਂ ਜ਼ਿਆਦਾ ਸੀਟਾਂ ਲਈ ਸੀ, ਉਸ ਦਾ ਖਮਿਆਜ਼ਾ ਭੁਗਤਣ ਵੈਸੇ ਸੱਤਾ ਤੋਂ ਬਾਹਰ ਹੋ ਸਕਦੀ ਹੈ ਅਗਰ ਇਹੀ ਚੀਜ਼ਾਂ ਦੇਖਣ ਨੂੰ ਮਿਲੀਆਂ, ਅਗਰ ਇਹੀ ਪਰਿਵਾਰਵਾਦ ਹਾਵੀ ਰਿਹਾ। ਦੇਖੋ, ਮੈਂ ਇਸ ਚੀਜ਼ ਤੇ ਜਿਹੜੇ ਸਾਡੇ ਪੰਜਾਬ ਦੇ ਪ੍ਰਭਾਰੀ ਨੇ ਹਰੀਸ਼ ਚੌਧਰੀ ਜੀ ਬੜੇ ਸਿਆਣੇ ਨੇ ਔਰ ਉਹਨਾਂ ਨੇ ਪੰਜਾਬ ਨੂੰ ਪਿਛਲੇ 5 ਸਾਲ ਵੀ ਸਾਰਾ ਦੇਖਿਆ, ਵਾਚਿਆ। ਇੱਕ ਸੀਟ, ਇੱਕ
ਕੈਂਡੀਡੇਟ ਦਾ ਉਹਨਾਂ ਨੂੰ ਪਤਾ ਹੈ, ਹਾਲਾਤਾਂ ਤੋਂ ਜਾਣੂ ਨੇ। ਜੇ ਹਰੀਸ਼ ਚੌਧਰੀ ਜੀ ਇਸ ਕਿਸਮ ਦੀ ਰਾਜਨੀਤੀ ਨੂੰ, ਜਿੱਥੇ ਲੋਕ ਹਾਵੀ ਹੋ ਕੇ ਬਾਹ ਮਰੋੜ ਕੇ ਤੇ ਆਪਣੀ ਸਰਕਾਰ ਕੋਲੋਂ ਕੰਮ ਕਰਾਉਣਾ ਚਾਹੁੰਦੇ, ਤੇ ਫਿਰ ਇਹਦਾ ਖਮਿਆਜ਼ਾ ਤਾਂ ਭੁਗਤਣਾ ਪਏਗਾ। ਜੇਕਰ ਤੁਸੀਂ ਸੱਚ ਦੀ ਆਵਾਜ਼ ਤੇ ਚੱਲਦੇ ਹੋ, ਜੇ ਤੁਸੀਂ ਕੱਲੇ ਦੀ ਕ੍ਰੀਡੈਂਸ਼ੀਅਲਸ ਦੇ ਉੱਤੇ ਚੱਲਦੇ ਹੋ, ਪਾਰਟੀ ਉਸ ਤੇ ਫੈਸਲਾ ਲੈਗੀ, ਪਾਰਟੀ ਦੁਬਾਰਾ ਆਏਗੀ। ਤੇ ਜੇ ਪਾਰਟੀ ਦਬੇ ਦਬਾਅ ਦੇ ਨਾਲ, ਬਾਹਾਂ ਮਰੋੜਨ ਦੇ ਨਾਲ, ਇਸ ਕਿਸਮ ਦੇ ਘਰਦਿਆਂ ਨੂੰ ਨੌਕਰੀਆਂ ਦਿਵਾਉਣ ਦੇ ਨਾਲ ਜੇ ਪਾਰਟੀ ਇਸ ਤੋਂ ਇੱਥੇ ਸਟੈਪ ਨਹੀਂ ਲਏਗੀ, ਤੇ ਮੈਂ ਸਮਝਣਾ ਇਹਦਾ ਖਮਿਆਜ਼ਾ ਕਿਤੇ ਨਾ ਕਿਤੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਹੋ ਸਕਦਾ। ਸੱਤਾ ਤੋਂ ਬਾਹਰ ਅੰਦਰ ਕਰਨਾ ਲੋਕਾਂ ਦਾ ਕੰਮ ਹੈ। ਇਹ ਤਾਂ ਨਹੀਂ ਕਿ ਫਤਿਹ ਬਾਜਵਾ ਹੁਣ ਬਾਗੀ ਹੋ ਗਏ ਨੇ, ਫਤਿਹ ਬਾਜਵਾ ਹੋਰਾਂ ਦੇ ਉੱਤੇ ਐਕਸ਼ਨ ਹੋ ਜਾਏ, ਕਿਉਂਕਿ ਤੁਸੀਂ ਆਪਣੀ ਸਰਕਾਰ ਦੇ ਮੰਤਰੀਆਂ ਦੇ ਉੱਤੇ, ਡਿਪਟੀ ਸੀਐਮ ਦੇ ਉੱਤੇ ਸਵਾਲ ਖੜੇ ਕਰਤੇ। ਐਕਸ਼ਨ ਤਾਂ ਤੁਹਾਡੇ ਤੇ ਵੀ ਕੱਲ ਨੂੰ ਹੋ ਸਕਦਾ ਵਾ। ਤੁਸੀਂ ਵੀ ਜਿਹੜਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਲਾਤ ਤੇ ਪਤਾ ਲੱਗਾ ਕਿ ਤੁਹਾਨੂੰ ਵੀ ਪਾਰਟੀ ਤੋਂ ਬਾਹਰ ਕੱਢਤਾ ਜਾਂ ਤੁਹਾਨੂੰ ਵੀ ਬਾਹਰ ਦਾ ਰਸਤਾ ਦਿਖਾਤਾ। ਮੈਨੂੰ ਕਿਹੜੀ ਗੱਲੋਂ ਕਰਨਗੇ? 40 ਸਾਲ ਅਸੀਂ ਕਾਂਗਰਸ ਪਾਰਟੀ ਨੂੰ ਆਪਣੇ ਬਜ਼ੁਰਗਾਂ ਦਾ ਬਲੀਦਾਨ ਦਿੱਤਾ ਹੈ। ਅਸੀਂ ਭਾਰਤ ਦਾ ਝੰਡਾ, ਆਪਣੀ ਪਾਰਟੀ ਦਾ ਝੰਡਾ ਮਰੇ ਸਰੀਰਾਂ ਉੱਤੇ ਲੈ ਕੇ ਚੱਲੇ ਆ, ਕੁਰਬਾਨੀਆਂ ਦਿੱਤੀਆਂ ਨੇ। ਇਦਾਂ ਕਿੱਦਾਂ ਪਾਰਟੀ ਕੋਈ ਮੈਂ ਆਪਣੇ ਦਿਲ ਦੀ ਗੱਲ ਕਹੀ ਹੈ, ਮੇਰੀ ਗੱਲ ਗਲਤ ਹੋਏ ਮੇਰੇ ਤੇ ਜ਼ਰੂਰ ਐਕਸ਼ਨ ਲੈਣ, ਤੇ ਜੇ ਮੇਰੀ ਗੱਲ ਦੀ ਸੱਚਾਈ ਹੋਵੇ ਤੇ ਪਾਰਟੀ ਨੂੰ ਉਸ ਤੇ ਵਿਚਾਰ ਕਰਨਾ ਚਾਹੀਦਾ ਹੈ। ਮੇਰਾ ਸਿਰਫ ਇਹ ਹੈ, ਮੈਂ ਆਪਣੇ ਦਿਲ ਦੀ ਗੱਲ ਕੀਤੀ ਹੈ, ਇਹਦੇ ਵਿੱਚ ਕੋਈ ਇਸ ਕਿਸਮ ਦੀ ਗੱਲ ਨਹੀਂ। ਹਾਂ, ਅਸੀਂ ਪਾਰਟੀ ਦੇ ਨਾਲ, ਹਾਂ ਪਾਰਟੀ ਨਾਲ ਖੜੇ ਹਾਂ। ਵਿਅਕਤੀ ਕਿਸੇ ਨਾਲ ਵੀ ਪਿਆਰ ਹੋ ਸਕਦਾ ਹੈ, ਵਿਅਕਤੀ ਕਿਸੇ ਦੀ ਵੀ ਤੁਹਾਡੀ ਦੋਸਤੀ ਹੋ ਸਕਦੀ ਹੈ, ਕਿਸੇ ਨਾਲ ਨੇੜਤਾ ਹੋ ਸਕਦੀ, ਪਰ ਪਾਰਟੀ ਸਾਰਿਆਂ ਨੂੰ ਸੁਪਰੀਮ ਹੈ। ਅਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕੀਤਾ ਜਿੱਥੇ ਸਾਡੀ ਪਾਰਟੀ ਕਿਸੇ। ਤਾਂ ਫਤਿਹ ਬਾਜਵਾ ਜਿਨ੍ਹਾਂ ਦੇ ਉੱਤੇ ਪਿਛਲੇ ਸਮਿਆਂ ਦੇ ਵਿੱਚ ਇਲਜ਼ਾਮ ਲੱਗੇ ਸੀ ਕਿ ਉਹ ਆਪਣੇ ਬੇਟੇ ਨੂੰ ਨੌਕਰੀ ਦਿਵਾ ਰਹੇ ਨੇ, ਘਰ ਘਰ ਰੋਜ਼ਗਾਰ ਦੀ ਗੱਲ ਕਰ ਰਹੇ ਨੇ, ਤਾਂ ਉਹਨਾਂ ਦਾ ਦਰਦ ਵੀ ਹੁਣ ਝਲਕਿਆ ਹੈ ਤੇ ਉਹਨਾਂ ਨੇ ਸੁਖਜਿੰਦਰ ਰੰਧਾਵਾ ਦੇ ਜਵਾਈ ਦੀ ਨਿਯੁਕਤੀ ਤੇ ਸਵਾਲ ਚੁੱਕੇ ਨੇ। ਨਾਲ ਹੀ ਤ੍ਰਿਪਤ ਰਜਿੰਦਰ ਬਾਜਵਾ ਤੇ ਸੁਖ ਸਰਕਾਰੀਆ ਤੇ ਵੀ ਭਾਈ ਭਤੀਜਾਵਾਦ ਦੇ ਇਲਜ਼ਾਮ ਲਗਾਏ ਨੇ। ਤੇ ਨਾਲ ਹੀ ਇੱਕ ਹੋਰ ਜਿਹੜੀ ਅਹਿਮ ਗੱਲ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੱਕੇ ਸਾਥੀ ਰਹੇ ਨੇ ਫਤਿਹ ਬਾਜਵਾ, ਜੋ ਕਿ ਹੁਣ ਨਵਜੋਤ ਸਿੰਘ ਸਿੱਧੂ ਦੇ ਨਾਲ ਡਟ ਕੇ ਖੜਦੇ ਨਜ਼ਰ ਆ ਰਹੇ ਨੇ। ਜੋ ਉਹਨਾਂ ਨੇ ਬਿਆਨ ਦਿੱਤੇ ਨੇ ਉਸ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਦਾ ਸਾਥ ਦਿੰਦੇ ਨਜ਼ਰ ਆ ਰਹੇ ਨੇ। ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਪ੍ਰੈਸ ਕਾਨਫਰੰਸ ਕਰ ਰਹੇ ਨੇ, ਆਓ ਸੁਣਦੇ ਹਾਂ ਕੀ ਕਹਿ ਰਹੇ ਨੇ। ਦੇਸ਼ ਦੇ ਗ੍ਰਹਿ ਮੰਤਰੀ ਨਾਲ ਮਿਲੇ ਔਰ ਮਿਲ ਕੇ ਉਹਨਾਂ ਨੂੰ ਤੁਸੀਂ ਇਹ ਗੱਲ ਕਹੀ ਕਿ ਜੀ ਬਾਰਡਰ ਤੇ ਤੈਨਾਤੀ ਵਧਾਈ ਜਾਵੇ, ਸਾਨੂੰ ਉੱਥੋਂ ਜਿਹੜਾ ਡਰੋਨਸ ਰਾਹੀਂ ਜਾਂ ਹੋਰ ਆਰਮਸ ਤੇ ਨਸ਼ਿਆਂ ਦੀ ਬੜੀ ਉੱਥੋਂ ਆਰ-ਪਾਰ ਹੋ ਰਿਹਾ, ਉਹਦੇ ਖਿਲਾਫ ਸਾਨੂੰ ਹੋਰ ਸਖਤੀ ਨਾਲ ਕਾਰਵਾਈ ਜਾਂ ਹੋਰ ਸਟਰੈਂਥਨਿੰਗ ਦੀ ਲੋੜ ਹੈ। ਔਰ ਇਹਨਾਂ ਨੇ ਜਾ ਕੇ ਇਹ ਤਾਂ ਤੁਹਾਨੂੰ ਓਫੀਸ਼ੀਅਲੀ ਦੱਸਿਆ ਕਿ ਮੈਂ ਇਹ ਗੱਲ ਕਹੀ, ਅੰਦਰ ਖਾਤੇ ਬਹਿ ਕੇ ਕੀ ਕੁਝ ਗੱਲਾਂ ਕੀਤੀਆਂ ਇਹ ਤੁਹਾਨੂੰ ਨਹੀਂ ਪਤਾ, ਮਗਰ ਜੋ ਗੱਲਾਂ ਨਿਕਲ ਕੇ ਆ ਰਹੀਆਂ ਨੇ, ਪੰਜਾਬ ਦੇ ਹਿੱਤਾਂ ਨੂੰ ਸਰੈਂਡਰ ਕੀਤਾ, ਜਾ ਕੇ ਹੱਥ ਖੜੇ ਕਰਤੇ ਕਿ ਸਾਡੇ ਕੋਲੋਂ ਸਾਰਾ ਆਊਟ ਆਫ ਕੰਟਰੋਲ ਹੈ, ਸਾਡੀ ਕੁਰਸੀ ਦੀ ਲੜਾਈ ਹੈ, ਤੁਸੀਂ ਜੋ ਮਰਜ਼ੀ ਕਰੋ। ਪੰਜਾਬ ਨੂੰ ਜਿਵੇਂ ਜੇਲ੍ਹਾਂ ਨੂੰ ਪਹਿਲਾਂ ਸਰੈਂਡਰ ਕੀਤਾ ਸੀ ਬੀਐਸਐਫ ਨੂੰ, ਔਰ ਉਸੇ ਤਰ੍ਹਾਂ ਪੰਜਾਬ ਨੂੰ ਸਰੈਂਡਰ ਕਰਦਿਆਂ ਹੋਇਆ ਪੰਜਾਬ ਦਾ ਅੱਧਾ ਏਰੀਆ, ਜਿਹਦੇ ਬਾਰੇ ਜਾਖੜ ਸਾਹਿਬ ਨੇ ਟਵੀਟ ਕਰਕੇ ਕਿਹਾ ਕਿ ਸਾਵਧਾਨ ਹੋ ਜਾਓ, ਖਬਰਦਾਰ ਹੋ ਜਾਓ। ਅੱਜ ਜੋ ਤੁਹਾਡੀ ਮੀਟਿੰਗ ਹੈ ਉਹਦਾ ਸਿੱਟਾ ਇਹ ਹੈ ਕਿ ਪੰਜਾਬ ਨੂੰ ਤੁਸੀਂ ਸੈਂਟਰਲ ਰੂਲ ਥੱਲੇ ਲੈ ਆਓ, ਸੈਂਟਰ ਸਰਕਾਰ ਨੂੰ ਸਰੈਂਡਰ ਕਰਤਾ। ਬੀਐਸਐਫ ਨੂੰ 11 ਤਰੀਕ ਨੂੰ ਹੁਕਮ ਆ ਗਏ, 5 ਅਕਤੂਬਰ ਨੂੰ ਮਿਲੇ, 11 ਨੂੰ ਆਰਡਰ ਆ ਗਏ, ਔਰ ਤੁਸੀਂ ਅੱਜ ਵੇਖ ਲਓ ਕਿ ਇੰਨੇ ਦਿਨ ਬੀਤ ਗਏ ਆ। ਔਰ ਜੋ ਗੱਲ ਇਹਨਾਂ ਦੇ ਐਮਪੀ ਨੇ ਕੱਲ ਮਨੀਸ਼ ਤਿਵਾਰੀ ਜੀ ਨੇ ਉਠਾਈ ਹੈ ਕਿ ਤੁਸੀਂ ਕੀ ਜਾ ਕੇ ਇਸ ਸੈਕਸ਼ਨ 139 ਜਾਂ 131 ਹੈ ਉਹਨੂੰ ਜਾ ਕੇ ਤੁਸੀਂ ਚੈਲੰਜ ਕੀਤਾ, ਆਨਸਰ ਇਜ਼ ਨੋ। ਕਿਉਂ ਨਹੀਂ ਚੈਲੰਜ ਕੀਤਾ? ਕਿਉਂਕਿ ਆਪ ਤਾਂ ਸਰੈਂਡਰ ਕਰਕੇ ਆਇਆ ਚੰਨੀ ਸਾਹਿਬ ਔਰ ਪਹਿਲਾਂ ਜੇਲ੍ਹਾਂ ਨੂੰ ਕੀਤਾ। ਸੋ ਮੇਰਾ ਕਹਿਣ ਦਾ ਭਾਵ ਸੈਸ਼ਨ 'ਚ ਇੱਕ ਰੈਜ਼ੋਲੂਸ਼ਨ ਪੇਸ਼ ਕਰ ਦੇਣਾ ਕਿ ਉਸ ਰੈਜ਼ੋਲੂਸ਼ਨ ਦਾ ਕੋਈ ਮਾਇਨਾ ਹੈ, ਕੋਈ ਉਹਦੀ ਲੀਗਲ ਕੋਈ ਉਹਦੀ ਸੈਂਟੀਟੀ ਹੈ, ਕੁਝ ਨਹੀਂ ਹੈ, ਜ਼ੀਰੋ ਹੈ। ਕੱਲਾ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਕਰ ਰਹੇ ਆ ਕੱਲ। ਕਿਉਂਕਿ ਜਿੱਥੇ ਲੜਾਈ ਲੜਨੀ ਚਾਹੀਦੀ, ਦਿੱਲੀ ਜਾ ਕੇ ਜਿੱਥੇ ਕੇਸ ਦਾਇਰ ਕਰਨ ਦੀ ਲੋੜ ਹੈ ਜਾਂ ਜਾ ਕੇ ਆਪ ਦਾ ਪੱਖ ਰੱਖਣ ਦੀ ਲੋੜ ਹੈ, ਹਲੇ ਤੱਕ ਤਾਂ ਉੱਥੇ ਕੋਈ ਪਹੁੰਚਿਆ ਹੀ ਨਹੀਂ 11 ਤੋਂ ਬਾਅਦ। ਇਹ ਤਾਂ ਆਪਦੀ ਕਾਟੋ ਕਲੇਸ਼ 'ਚ ਉਲਝੇ। ਦੂਜੀ ਗੱਲ,
ਇਹਨਾਂ ਨੇ ਦੂਜਾ ਮੁੱਦਾ ਰੱਖਿਆ ਹੈ ਕਿ ਅਸੀਂ ਜੀ ਖੇਤੀ ਕਾਨੂੰਨ, ਮੇਰੀ ਬੇਨਤੀ ਹੈ ਪਿੱਛੇ ਕਾਈਂਡਲੀ ਸਾਇਲੈਂਸ ਆ। ਦੂਜਾ ਮੁੱਦਾ ਤੁਸੀਂ ਰੱਖਿਆ ਖੇਤੀ ਕਾਨੂੰਨ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਕਾਲੇ ਕਾਨੂੰਨਾਂ ਤੇ ਤਾਂ ਤੁਸੀਂ ਸੈਸ਼ਨ ਪਹਿਲਾਂ ਸੱਦਿਆ ਸੀ, ਐਂਡ ਐਜ਼ ਆਪੋਜੀਸ਼ਨ ਪਾਰਟੀ ਉਦੋਂ ਅਸੀਂ ਕਿਹਾ ਸੀ ਕਿ ਦਿਸ ਇਜ਼ ਅ ਆਈ ਵਾਸ਼ ਹੈ ਕੱਲਾ, ਇਹਦਾ ਹੋਣਾ ਕੁਛ ਨਹੀਂ। ਉਹ ਕਾਨੂੰਨ ਹਲੇ ਤੱਕ ਗਵਰਨਰ ਕੋਲ ਪਏ ਆ, ਗਵਰਨਰ ਸਾਹਿਬ ਦਾ ਕੋਈ ਫੈਸਲਾ ਨਹੀਂ ਆ ਰਿਹਾ, ਤੇ ਫਿਰ ਤੁਸੀਂ ਨਵੇਂ ਕਾਨੂੰਨ ਜਿਹੜੇ ਰੱਦ ਕਰਦੇ ਹੋ ਉਹਨਾਂ ਦਾ ਕੀ ਮਤਲਬ ਹੈ? ਮਤਲਬ ਫਿਰ ਧੋਖਾਧੜੀ, ਡਰਾਮੇਬਾਜ਼ੀ। ਪਤਾ ਇਹਨਾਂ ਨੂੰ ਕਿ ਕੁਛ ਨਹੀਂ ਹੋਣਾ, ਮਗਰ ਲੋਕਾਂ ਨੂੰ ਭੰਬਲ ਭੂਸਾ ਜਾਇਆ ਜਾ ਰਿਹਾ ਕਿ ਅਸੀਂ ਪਤਾ ਨਹੀਂ ਕੀ ਕਰ ਦੇਣਾ। ਤੀਜਾ ਕੰਮ ਕਹਿੰਦੇ ਜੀ ਪੀਪੀਏ ਰੱਦ ਕਰ ਦੇਣਾ। ਮੇਰੇ ਵੱਲੋਂ ਜੋ ਮਰਜ਼ੀ ਰੱਦ ਕਰ ਦਿਓ, ਮਗਰ ਕੀ ਇਹ ਪੀਪੀਏ ਰੱਦ ਵਿਧਾਨ ਸਭਾ 'ਚ ਰੱਦ ਕਰਨ ਦੀ ਲੋੜ ਹੈ? ਅਗੇਨ ਆ ਡਰਾਮਾ, ਕਿਉਂਕਿ ਪਰਸੋਂ ਦੀ ਅਖਬਾਰ ਹੈ ਆ ਹਿੰਦੁਸਤਾਨ ਟਾਈਮਸ ਅਖਬਾਰ 'ਚ ਜਿਹਦਾ ਏਡਾ ਵੱਡਾ ਆਰਟੀਕਲ ਲੱਗਿਆ ਕਿ ਇਹਨਾਂ ਨੇ ਪੀਪੀਏ ਰੱਦ ਕੀਤੇ ਔਰ ਉਹ ਸਾਰੇ ਪੀਪੀਏ ਟ੍ਰਿਬਿਊਨਲ ਨੇ ਸਟੇ ਕਰਤੇ। 850 ਮੈਗਾਵਾਟ ਦਾ ਇੱਕ ਪ੍ਰੋਸੀਜਰ ਹੈ, ਕਿਉਂਕਿ ਇਹ ਟਰਾਈ ਪਾਰਟੀ ਅਗਰੀਮੈਂਟ ਹੁੰਦਾ ਹੈ ਜਦੋਂ ਬਿਜਲੀ ਖਰੀਦ ਦੇ ਸਮਝੌਤੇ ਹੁੰਦੇ ਆ, ਔਰ ਇਹਦੇ 'ਚ ਵਿਧਾਨ ਸਭਾ ਦੇ ਐਮਐਲਏ ਦਾ ਕੋਈ ਰੋਲ ਨਹੀਂ। ਜੇ ਤੁਸੀਂ ਬੀਐਸਐਫ ਦੇ ਮੁੱਦੇ ਤੇ ਜਾਂ ਬਿਜਲੀ ਸਮਝੌਤੇ ਦੇ ਪੀਪੀਏ ਦੇ ਮੁੱਦੇ ਤੇ ਕਾਂਗਰਸ ਸਰਕਾਰ, ਚੰਨੀ ਸਰਕਾਰ ਸੀਰੀਅਸ ਹੈ, ਅੱਜ ਕੈਬਨਿਟ ਸੱਦੋ, ਵੇਸਟ ਟਾਈਮ ਨਾ ਕਰੋ ਕੈਬਨਿਟ 'ਚ ਕਿ ਏਜੀ ਦਾ ਅਸਤੀਫਾ ਲੈ ਲਿਆ ਨਹੀਂ ਲੈ ਲਿਆ, ਇਹ ਵੀ ਤੁਹਾਡਾ ਫੈਸਲਾ ਹੈ, ਕੈਬਨਿਟ 'ਚ ਜਾਣ ਦੀ ਲੋੜ ਨਹੀਂ। ਮੈਂ ਉਹ ਬੇਨਤੀ ਕਰ ਰਿਹਾ, ਦੇਖੋ ਲੋਕਾਂ ਨੂੰ ਮੂਰਖ ਬਣਾਉਣ ਲਈ ਸੱਦੀ ਹੈ। ਫਿਰ ਤੋਂ ਅਫਸੋਸ ਨਾਲ ਮੈਂ ਗੱਲ ਕਹਿ ਰਿਹਾ, ਏਜੀ ਦੀ ਅਪਾਇੰਟਮੈਂਟ ਕੋਈ ਨੇ ਕੀਤੀ, ਚੰਨੀ ਨੇ ਐਸ ਚੀਫ ਮਿਨਿਸਟਰ, ਨਾਟ ਕੈਬਨਿਟ, ਤੇ ਤੁਸੀਂ ਐਕਸੈਪਟ ਕਰ ਲਓ ਉਹਦਾ ਅਸਤੀਫਾ ਤੁਸੀਂ ਕਰਨਾ। ਮਗਰ ਜਿਹੜਾ ਕੰਮ ਕੈਬਨਿਟ 'ਚ ਕਰਨਾ ਚਾਹੀਦਾ ਉਹ ਕਰ ਨਹੀਂ ਰਹੇ। ਕੈਬਨਿਟ 'ਚ ਪਾਸ ਕਰਨ ਇਹ ਐਗਜ਼ੈਕਟਿਵ ਆਰਡਰ ਕਿ ਅਸੀਂ ਬੀਐਸਐਫ ਨੂੰ ਕੋਈ ਸਹਿਯੋਗ ਨਹੀਂ ਦੇਵਾਂਗੇ 15 ਕਿਲੋਮੀਟਰ ਤੋਂ ਬਾਅਦ। ਉਹ ਫੈਸਲਾ ਤਾਂ ਮੈਂ ਸਮਝ ਸਕਦਾ ਕਿ ਇਹਨਾਂ ਨੇ ਰੀੜ ਦੀ ਹੱਡੀ ਵਿਖਾਉਣ ਦਾ ਕੰਮ ਕੀਤਾ, ਪੰਜਾਬ ਦੇ ਅਧਿਕਾਰਾਂ ਨੂੰ ਬਚਾਉਣ ਦੀ ਗੱਲ ਕੀਤੀ ਹੈ, ਮਗਰ ਵਿਧਾਨ ਸਭਾ 'ਚ ਇੱਕ 4 ਲਾਈਨਾਂ ਦੇ ਰੈਜ਼ੋਲੂਸ਼ਨ ਦਾ ਕੀ ਮੁੱਲ ਰਹਿ ਜਾਣਾ? ਜ਼ੀਰੋ, ਕੱਲਾ ਜੁਮਲਾ। ਇਟਸ ਵੇਸਟ ਆਫ ਟਾਈਮ, ਵੇਸਟ ਆਫ ਮਨੀ। ਖਜ਼ਾਨੇ ਦੀ 1 ਕਰੋੜ ਰੁਪਈਆ ਕੱਲ ਖਰਚ ਹੋਣਾ, 1 ਕਰੋੜ ਸ਼ਰਧਾਂਜਲੀ ਵਾਲੇ ਦਿਨ ਕਰਤਾ, ਸੈਸ਼ਨ ਸੱਦਣ ਤੇ 70 ਤੋਂ 1 ਕਰੋੜ ਰੁਪਈਆ ਲੱਗ ਜਾਂਦਾ। ਪ੍ਰਾਪਤੀ